ਲੱਖੇ ਨੇ ਕੋਈ ਵੀ ਹੁਣ ਤੱਕ ਕੋਈ ਵੱਖਰਾ ਕੋਈ ਉਹਨਾਂ ਨੇ ਮਤਲਬ ਸੰਯੁਕਤ ਮੋਰਚੇ ਤੋਂ ਵੱਖਰਾ ਨਹੀਂ ਕੀਤਾ। ਉਹਨੇ ਮਿਹਨਤ ਕੀਤੀ ਇਹਨੇ, ਇਸ ਕਰਕੇ ਉਹਨੂੰ ਬਾਹਰ ਕਿਉਂ ਰੱਖਿਆ ਜਾ ਰਿਹਾ। ਉਹ ਜੇ ਸਾਰਾ ਨੌਜਵਾਨ ਵਰਗ ਹੈ, ਜਿਹਨੂੰ ਆਜ਼ਾਦ ਨੌਜਵਾਨ ਵਰਗ ਕਹਿ ਲਓ, ਜੇ ਉਹ ਜਥੇਬੰਦੀਆਂ ਦੇ ਵਿੱਚ ਸਾਡੇ ਮੋਰਚੇ 'ਚ ਆਉਂਦਾ ਤਾਂ ਸਾਨੂੰ ਬਹੁਤ ਬਲ ਮਿਲੂਗਾ। ਉਹਨਾਂ ਦੇ ਆਉਣ ਦੇ ਨਾਲ ਇਹਨੂੰ ਬਲ ਮਿਲਦਾ ਜੀ, ਇਹਦਾ ਸਮੀਕਰਨ ਬਦਲੂਗਾ। ਮੀਟਿੰਗ ਦੇ ਵਿੱਚ ਤਾਂ ਹਰੇਕ ਜਥੇਬੰਦੀ ਦੀ ਡੈਮੋਕ੍ਰੇਸੀ ਹੈ, ਹਰੇਕ ਜਥੇਬੰਦੀ ਦਾ ਇਹ ਅਧਿਕਾਰ ਹੈ ਵੀ ਆਪਣੀ ਉਹ ਹਰੇਕ ਤਰ੍ਹਾਂ ਦੀ ਵੱਖਰੀ ਰਾਏ ਰੱਖ ਸਕਦਾ। ਕਿਸੇ ਦਾ ਹੋ ਵੀ ਸਕਦਾ ਵੱਖਰੀ ਰਾਏ ਵੀ ਭਾਈ ਨਹੀਂ ਲੈਣਾ ਚਾਹੀਦਾ। ਅਸੀਂ ਉਹਦੀ ਗ੍ਰਿਫਤਾਰੀ ਨਹੀਂ ਹੋਣ ਦੇਵਾਂਗੇ। ਜੇ ਇੱਥੇ ਆ ਕੇ ਸਾਡੇ ਧਰਨੇ 'ਚ ਉਹਨੂੰ ਗ੍ਰਿਫਤਾਰ ਕਰੂਗੀ, ਅਸੀਂ ਇਹਨੂੰ ਸਹਿਣ ਨਹੀਂ ਕਰਾਂਗੇ। ਤੇ ਜੇ ਪੁਲਿਸ ਨੇ ਇੱਥੇ ਆ ਕੇ ਉਹਨੂੰ ਕਰਨ ਦੇ ਕੋਈ ਯਤਨ ਕੀਤਾ, ਉਹਨੂੰ ਗ੍ਰਿਫਤਾਰ ਕਰਨ ਦਾ, ਤਾਂ ਇੱਥੇ ਟਕਰਾਅ ਵੀ ਹੋ ਸਕਦਾ। ਅਸੀਂ ਉਹਨੂੰ ਗ੍ਰਿਫਤਾਰ ਨਹੀਂ ਹੋਣ ਦੇਵਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੂਰ। ਮਸਲੇ 2-3 ਨੇ ਇਸ ਵੇਲੇ ਜਿਹੜੇ ਇਸ ਸੰਘਰਸ਼ ਦੀ ਰੂਪਰੇਖਾ ਵੀ ਬਦਲਣਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਤਕੜਾ ਵੀ ਕਰਨਗੇ। ਸਭ ਤੋਂ ਵੱਡਾ ਮਸਲਾ ਤਾਂ ਏਜੰਡੇ ਤੇ ਵੀ ਆ ਗਿਆ ਸੀਗਾ, ਤਾਂ ਉਹ ਸੀਗਾ ਲੱਖੇ ਸਿਧਾਣੇ ਦਾ। ਵੀ ਲੱਖਾ ਸਿਧਾਣਾ ਤੇ ਪਿਛਲੇ ਲੰਬੇ ਸਮੇਂ ਤੋਂ ਚਰਚਾ ਚੱਲਦੀ ਸੀ ਕਿ ਲੱਖੇ ਸਿਧਾਣੇ ਤੇ ਕੀ ਫੈਸਲਾ ਹੋਣਾ। ਕਈ ਚੀਜ਼ਾਂ ਸੋਸ਼ਲ ਮੀਡੀਆ ਤੇ ਆਉਂਦੀਆਂ ਰਹੀਆਂ, ਜਿਹਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਸਮਰਥਕ ਸੀ ਜਿਹੜੇ ਲੱਖੇ ਸਿਧਾਣੇ ਦੇ। ਕਿਹਾ ਜਾਣ ਲੱਗਾ ਕਿ 2-3 ਜਥੇਬੰਦੀਆਂ ਨੇ ਜਿਹੜੀਆਂ ਮੰਨ ਨਹੀਂ ਰਹੀਆਂ, ਪਰ ਹੁਣ ਫਾਈਨਲੀ ਮੀਟਿੰਗ ਜਿਹੜੀ ਆ ਉਹ ਕੱਲ੍ਹ ਵੀ ਅਸੀਂ ਤੁਹਾਨੂੰ ਇੱਕ ਖਬਰ ਦੇ ਰਾਹੀਂ ਦਿਖਾਇਆ ਸੀ ਕਿ ਮੀਟਿੰਗ ਹੋ ਗਈ ਸੀ। ਉਸ ਦੇ ਵਿੱਚ ਫੈਸਲੇ ਕਿਸ ਤਰ੍ਹਾਂ ਦੇ ਆਏ ਆ, ਜਾਨੀ ਸਾਡੇ ਸੂਤਰਾਂ ਮੁਤਾਬਕ ਤਾਂ ਪੋਜ਼ਿਟਿਵ ਹੀ ਆ। ਬਾਕੀ ਫੂਲ ਸਾਹਿਬ ਸਾਡੇ ਨਾਲ ਆ, ਸੁਰਜੀਤ ਸਿੰਘ ਫੂਲ ਜੀ। ਫੂਲ ਸਾਹਿਬ ਪੋਜ਼ਿਟਿਵ ਹੀ ਹੈ? ਹਾਂਜੀ ਪੋਜ਼ਿਟਿਵ ਹੀ ਹੈ ਜੀ। ਇਸ ਤੋਂ ਪਹਿਲਾਂ 2 ਮੀਟਿੰਗਾਂ ਹੋ ਗਈਆਂ ਇਸ ਏਜੰਡੇ ਤੇ। ਇੱਕ 20 ਮਾਰਚ ਦੀ ਮੀਟਿੰਗ ਸੀ, ਇੱਕ ਕੱਲ੍ਹ 24 ਮਾਰਚ ਦੀ। ਉਹ ਇਸ ਤੋਂ ਬਿਨਾਂ ਗੈਰ ਰਸਮੀ ਵੀ ਕਮਰ ਕਰੇਵਾਲ, ਹਰਫ ਚੀਮਾ, ਚੱਲ ਮੇਰੇ ਨਾਲ ਨਹੀਂ, ਦੂਸਰੇ ਸਾਡੇ ਆਗੂਆਂ ਨਾਲ ਉਹਨਾਂ ਦੀਆਂ ਗੈਰ ਰਸਮੀ ਮੀਟਿੰਗਾਂ ਵੀ ਹੋ ਗਈਆਂ। 2 ਤਾਂ ਬਕਾਇਦਾ ਪ੍ਰੋਪਰ ਰਸਮੀ ਹੋ ਗਈਆਂ ਜੀ, ਜਿਨ੍ਹਾਂ 'ਚ ਏਜੰਡਾ ਲੱਗਿਆ। 32 ਕਿਸਾਨ ਜਥੇਬੰਦੀਆਂ ਦੇ ਏਜੰਡੇ ਤੇ ਰਿਹਾ ਹੈ। ਹਾਂ, 32 ਕਿਸਾਨ ਜਥੇਬੰਦੀਆਂ ਦੇ ਇਹ ਏਜੰਡੇ ਤੇ ਰਿਹਾ। 24 ਵਾਲੀ 'ਚ ਵੀ ਇਹ ਮੇਨ ਏਜੰਡਾ ਸੀਗਾ ਤੇ 20 ਵਾਲੀ 'ਚ ਵੀ ਜੀ। ਜਾਨੀ ਫੂਲ ਸਾਹਿਬ, ਅਸੀਂ ਵੀ ਜਿਵੇਂ ਸਾਨੂੰ ਸੂਤਰਾਂ ਤੋਂ ਖਬਰ ਮਿਲਦੀ ਸੀਗੀ ਕਿ ਲੱਖਾ ਸਿਧਾਣਾ ਦੁਬਾਰਾ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤੋਂ ਬਾਅਦ ਜਾਨੀ ਸਟੇਜ ਤੇ ਆ ਸਕਦੇ ਆ, ਅੰਦੋਲਨ ਦਾ ਦੁਬਾਰਾ ਹਿੱਸਾ ਬਣ ਸਕਦੇ ਆ। ਕਿਵੇਂ ਦਾ ਫੈਸਲਾ ਜਿਹੜਾ ਕੱਲ੍ਹ ਦੀ ਮੀਟਿੰਗ ਦੇ ਵਿੱਚ ਹੋਇਆ, ਪ੍ਰੋਪਰ ਫੈਸਲਾ ਕੀ ਸੀਗਾ? ਕੋਈ ਸ਼ਰਤਾਂ ਰੱਖੀਆਂ ਗਈਆਂ ਨੇ, ਕੋਈ ਰੂਲ ਐਂਡ ਰੈਗੂਲੇਸ਼ਨ ਬਣਾਏ ਗਏ ਨੇ, ਜਾਂ ਕਿਸ ਤਰ੍ਹਾਂ ਦੀ ਮੀਟਿੰਗ ਦੇ ਵਿੱਚ ਫੈਸਲਾ? ਦੇਖੋ ਜੀ, ਉਹਦੇ ਵਿੱਚ ਕੁਝ ਮਾਈਨਰ ਸ਼ਰਤਾਂ ਹੈਗੀਆਂ ਨੇ। ਸ਼ਰਤਾਂ ਉਹ ਜਨਰਲੀ ਹੈਗੀਆਂ ਨੇ। ਮੈਂ ਸਮਝਦਾ ਵੀ ਜਿਹੜੀਆਂ ਸ਼ਰਤਾਂ ਰੱਖੀਆਂ ਵੀ ਗਈਆਂ ਨੇ ਜਾਂ ਜਿਨ੍ਹਾਂ ਤੇ ਹੋਈ ਆ ਵੀ ਆਹ ਸ਼ਰਤਾਂ ਸਹਿਤ ਅਸੀਂ ਅਪਰੂਵਲ ਭੇਜਦੇ ਆ ਉਹਨਾਂ ਨੂੰ, ਸੰਯੁਕਤ ਮੋਰਚੇ ਨੂੰ, ਉਹਨਾਂ ਨੂੰ ਵਾਪਸ ਲੈਣ ਦੀ, ਜਾਂ ਕਹਿ ਲਓ ਵੀ ਆਪਦੇ ਕਲਾਵੇ 'ਚ ਲੈਣ ਦੀ। ਪਹਿਲਾਂ ਬੱਤੀਆਂ ਦਾ ਤਾਂ ਪਾਰਟ ਤਾਂ ਹੈ ਨਹੀਂ ਸੀ, ਪਹਿਲਾਂ ਵੀ ਬਾਹਰੋਂ ਹੀ ਸਹਿਯੋਗੀ ਸੀਗੇ। ਸਹਿਯੋਗੀਆਂ ਦੇ ਤੌਰ ਤੇ ਉਹਨਾਂ ਨੂੰ ਮਾਨਤਾ ਦੇਣ ਲਈ ਜਾਂ ਉਹਨੂੰ ਕਲਾਵੇ 'ਚ ਲੈਣ ਲਈ ਸ਼ਰਤਾਂ ਉਹ ਇਹੋ ਜਿਹੀਆਂ ਹੈਗੀਆਂ ਜਿਨ੍ਹਾਂ ਦਾ ਉਹ ਖੁਦ ਹੀ ਐਲਾਨ ਕਰ ਚੁੱਕਿਆ ਪਹਿਲਾਂ। ਜਿਨ੍ਹਾਂ ਦਾ ਉਹਨੇ ਕਿਹਾ ਵੀ ਅਸੀਂ ਪਹਿਲਾਂ ਵੀ ਕੋਈ ਵੱਖਰਾ ਸੱਦਾ ਨਹੀਂ ਦਿੱਤਾ, ਅਸੀਂ ਵੱਖਰੀ ਕੋਈ ਸਟੇਜ ਨਹੀਂ ਲਾਈ, ਅਸੀਂ ਦਿੱਲੀ ਵਾਲੇ ਸੈਂਟਰ ਨੂੰ ਹੀ ਮੇਨ ਸੈਂਟਰ ਮੰਨ ਕੇ ਸਾਰੀ ਆਪਦੀ ਸਾਰੀ ਜਿਹੜੀ ਮੋਬਿਲਾਈਜੇਸ਼ਨ ਹੈ ਉਹ 32 ਆਪਣਾ ਸੰਯੁਕਤ ਕਿਸਾਨ ਮੋਰਚੇ ਦਾ ਜੋ ਸੱਦਾ ਸੀਗਾ, ਉਹ ਸੱਦੇ ਦੀ ਰੋਸ਼ਨੀ 'ਚ ਅਸੀਂ ਲਾਮਬੰਦੀ ਕੀਤੀ ਹੈ। ਤੇ ਆਉਣ ਵਾਲੇ ਸਮੇਂ 'ਚ ਵੀ ਉਹਨੇ ਇਹ ਕਿਹਾ ਵੀ ਅਸੀਂ ਕੋਈ ਵੱਖਰੀ ਸਟੇਜ ਨਹੀਂ ਲਾਵਾਂਗੇ, ਅਸੀਂ ਦਿੱਲੀ ਵਾਲਾ ਸੈਂਟਰ ਨੂੰ ਹੀ ਮੇਨ ਸੈਂਟਰ ਮੰਨ ਕੇ ਚੱਲਾਂਗੇ। ਜੋ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ, ਉਸ ਸੱਦੇ ਦੀ ਸੇਧ 'ਚ ਹੀ ਅਸੀਂ ਲਾਮਬੰਦੀ ਕਰਾਂਗੇ। ਇਹ ਉਹਨਾਂ ਨੇ, ਤੇ ਨਾਲ ਉਹਨੇ ਇਹ ਵੀ ਕਹਿਤਾ ਵੀ ਬਾਕੀ ਸਾਡੇ ਸਾਰੇ ਨੌਜਵਾਨਾਂ ਨੂੰ ਵੀ ਸੰਯੁਕਤ ਮੋਰਚੇ ਦੀ ਅਗਵਾਈ ਦੇ ਵਿੱਚ ਹੀ ਆਪਣੀ ਸਰਗਰਮੀ ਕਰਨੀ ਚਾਹੀਦੀ ਹੈ। ਸੋ ਇਸ ਕਰਕੇ ਇਹੀ ਚੀਜ਼ਾਂ ਹੁੰਦੀਆਂ ਨੇ, ਉਹ ਉਹਨਾਂ ਨੇ ਮੇਰਾ ਖਿਆਲ ਐਲਾਨ ਕਰ ਹੀ ਦਿੱਤਾ। ਸੋ ਇਹੋ ਜਿਹੀਆਂ ਸ਼ਰਤਾਂ ਹੈਗੀਆਂ ਵੀ ਉਹ ਇਹੀ ਗੱਲ ਆ ਕੇ ਜਿਹੜੀ ਆਪਦੀ ਰੈਲੀ 'ਚ ਕਹੀ ਹੈ, ਉਹ ਇੱਥੇ ਮੀਟਿੰਗ 'ਚ ਆ ਕੇ ਕਹਿ ਦੇ। ਤੇ ਫੂਲ ਸਾਹਿਬ, ਇਹ ਜ਼ਰੂਰੀ ਕਿੰਨਾ ਕੁ ਮੰਨਿਆ ਜਾ ਰਿਹਾ ਸੀਗਾ? ਜਿਵੇਂ ਮੀਟਿੰਗ ਦਾ ਏਜੰਡਾ ਵੀ ਬਣ ਗਿਆ, ਬੇਸ਼ੱਕ ਬਹੁਤ ਵੱਡੀ ਤਾਦਾਦ ਸੀ ਜਿਨ੍ਹਾਂ ਦੀ ਮੰਗ ਸੀ ਕਿ ਲੱਖੇ ਨੂੰ ਉਹ ਸਟੇਜ ਤੇ ਦੇਖਣਾ ਚਾਹੁੰਦੇ ਨੇ ਇੱਕ ਵਾਰ ਫੇਰ ਤੋਂ, ਪਰ ਹੁਣ ਇਹਦੇ ਸਮੀਕਰਨ ਕਿਵੇਂ ਦੇ ਦੇਖਦੇ ਹੋ ਤੁਸੀਂ? ਤੁਹਾਨੂੰ ਨਿੱਜੀ ਤੌਰ ਤੇ ਮੈਂ ਪੁੱਛਣਾ ਚਾਹਾਂ, ਤੁਸੀਂ ਆਪਣੀ ਜਥੇਬੰਦੀ ਨੂੰ ਰਿਪਰੈਜ਼ੈਂਟ ਕਰਦੇ ਹੋ, ਕਿੱਦਾਂ ਦੇ ਸਮੀਕਰਨ ਰਹਿ ਸਕਦੇ ਆ? ਕਿ ਅੰਦੋਲਨ ਨੂੰ ਇਹਦੇ ਨਾਲ ਬਹੁਤ ਵੱਡਾ ਬਲ ਮਿਲ ਸਕਦਾ ਜਾਂ ਕਿਸ ਤਰ੍ਹਾਂ ਦੇ ਅੱਗੇ ਜਿਹੜੇ ਆ ਬਦਲ ਸਕਦਾ ਮਾਹੌਲ, ਜਾਂ ਬਲ ਮਿਲ ਸਕਦਾ? ਦੇਖੋ ਜੀ, ਇਹਦਾ ਜਿਹੜੇ ਸਮੀਕਰਨ ਹੈ ਉਹਨਾਂ ਦੇ ਆਉਣ ਦੇ ਨਾਲ ਇਹਨੂੰ ਬਲ ਮਿਲਦਾ ਜੀ, ਇਹਦਾ ਸਮੀਕਰਨ ਬਦਲੂਗਾ। ਕਿਉਂਕਿ ਇਹਦੀ ਜਿਹੜੀ ਹੈਗੀ ਹੈ, ਜਿਨ੍ਹਾਂ ਨੇ ਇਹ ਏਜੰਡਾ ਫੋਕਸ ਕਰਵਾਇਆ ਅਸਲ ਵਿੱਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ, ਉਹ ਕਿਸੇ ਕਿਸਾਨ ਜਥੇਬੰਦੀ ਨੇ ਨਹੀਂ ਫੋਕਸ ਕਰਾਇਆ। ਉਹ ਫੋਕਸ ਕਰਵਾਇਆ ਜਿਹੜੇ ਆਪਣੇ ਪੰਜਾਬ ਦੇ ਕਲਾਕਾਰ ਹੈ, ਗਾਇਕ ਹੈ,
ਜਿਨ੍ਹਾਂ ਦਾ ਹੁਣ ਤੱਕ 3 ਮਹੀਨਿਆਂ ਦੇ ਵਿੱਚ ਜਾਂ 3 ਮਹੀਨੇ ਤੋਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਵੀ ਅੰਦੋਲਨ ਚੱਲਦਾ ਸੀ, ਉਹਨਾਂ ਦਾ ਬਹੁਤ ਉੱਘਾ ਰੋਲ ਹੈ। ਨੌਜਵਾਨ ਨੂੰ ਜਿਹੜਾ ਯੂਥ ਹੈ ਉਹਨੂੰ ਆਪਣੇ ਕਲਾ ਰਾਹੀਂ, ਆਪਣੇ ਗੀਤਾਂ ਰਾਹੀਂ, ਜਿਹੜੇ ਉਹਨਾਂ ਦੇ ਪੂਰੇ ਪ੍ਰਭਾਵਸ਼ਾਲੀ ਗੀਤ ਹੈ, ਹਿੱਟ ਗੀਤ ਹੈ, ਉਹਨਾਂ ਰਾਹੀਂ ਉਹਨਾਂ ਨੂੰ ਚਾਰਜ ਕਰਕੇ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਲਿਆਉਣ ਦੇ 'ਚ ਉਹਨਾਂ ਦਾ ਰੋਲ ਹੈ। ਉਹ ਗਾਇਕਾਂ ਨੇ ਇਹ ਏਜੰਡਾ ਫੋਕਸ ਕਰਵਾਇਆ ਵੀ ਉਹੀ ਨੌਜਵਾਨ ਜਿਹੜੇ ਸਾਡੇ ਫਾਲੋਅਰ ਹੈ, ਸਾਡੇ ਫੈਨ ਹੈ, ਸਾਡੀ ਪ੍ਰੇਰਨਾ ਨਾਲ ਗਏ ਨੇ, ਉਹ ਨਾਰਾਜ਼ ਹੈ ਹੁਣ ਵੀ ਉਸ ਨੇ ਲੱਖੇ ਨੇ ਕੋਈ ਵੀ ਹੁਣ ਤੱਕ ਕੋਈ ਵੱਖਰਾ ਕੋਈ ਉਹਨਾਂ ਨੇ ਮਤਲਬ ਸੰਯੁਕਤ ਮੋਰਚੇ ਤੋਂ ਵੱਖਰਾ ਨਹੀਂ ਕੀਤਾ। ਉਹਨੇ ਮਿਹਨਤ ਕੀਤੀ ਹੈ ਇਹਨੇ, ਇਸ ਕਰਕੇ ਉਹਨੂੰ ਬਾਹਰ ਕਿਉਂ ਰੱਖਿਆ ਜਾ ਰਿਹਾ? ਉਹ ਨਾਰਾਜ਼ ਹੈ, ਉਹਨੂੰ ਤੁਸੀਂ ਵਿੱਚ ਲਓ। ਉਹਨਾਂ ਦੇ ਕਹਿਣ ਦਾ ਭਾਵ ਏਜੰਡਾ ਉਹਨਾਂ ਨੇ ਫੋਕਸ ਕਰਵਾਇਆ ਤੇ ਜੇ ਉਹ ਆ ਜਾਂਦਾ ਉਹਨਾਂ ਦੇ ਕਹਿਣ ਮੁਤਾਬਕ ਵੱਡਾ, ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਦੇ ਚੱਲ ਸਾਡੇ ਆਏ ਨਹੀਂ ਕਹਿੰਦੇ ਵੀ ਸਾਰਾ ਨੌਜਵਾਨ ਉਹਨਾਂ ਮੰਗ ਰਹੀ ਹੈ, ਕਿਸਾਨ ਜਥੇਬੰਦੀਆਂ ਦਾ ਕਾਡਰ ਵੀ ਹੈਗਾ, ਪਰ ਐਂ ਵੀ ਨਹੀਂ ਕਹਿ ਸਕਦੇ ਅਸੀਂ ਵੀ ਸਾਰਾ ਸਾਡੇ ਕਾਡਰਾਂ 'ਚ ਹੀ ਆ ਗਿਆ। ਕਾਡਰ ਤੋਂ ਬਿਨਾਂ ਵੀ ਕਈ ਗੁਣਾ ਬਾਹਰ ਹੈ ਕਿਸਾਨ, ਜਿਹੜੇ ਨੌਜਵਾਨ ਵਰਗ ਹੈ। ਉਹ ਜੇ ਸਾਰਾ ਨੌਜਵਾਨ ਵਰਗ ਹੈ, ਜਿਹਨੂੰ ਆਜ਼ਾਦ ਨੌਜਵਾਨ ਵਰਗ ਕਹਿ ਲਓ, ਜੇ ਉਹ ਜਥੇਬੰਦੀਆਂ ਦੇ ਵਿੱਚ ਸਾਡੇ ਮੋਰਚੇ 'ਚ ਆਉਂਦਾ ਤਾਂ ਸਾਨੂੰ ਬਹੁਤ ਬਲ ਮਿਲੂਗਾ, ਸਾਡੀ ਮੋਰਚੇ ਦੀ ਤਾਕਤ ਵਧੂਗੀ, ਮੋਦੀ ਸਰਕਾਰ ਨੂੰ ਝੁਕਾਉਣ ਦੇ ਵਿੱਚ ਸਾਨੂੰ ਉਹ ਸਹਾਈ ਹੋਊਗਾ। ਸਾਡੇ ਲਈ ਤਾਂ ਇੱਕ ਬੰਦੇ ਦੀ ਵੀ ਮਹੱਤਤਾ ਹੈਗੀ ਹੈ, ਤੇ ਜੇ ਹਜ਼ਾਰਾਂ ਨੌਜਵਾਨ ਕਿਸੇ ਆਗੂ ਦੇ ਨਾਲ ਆਉਂਦੇ ਨੇ ਤਾਂ ਉਹਨੂੰ ਤਾਂ ਨਜ਼ਰਅੰਦਾਜ਼ ਕੌਣ ਕਰੂਗਾ ਜੀ। ਫੂਲ ਸਾਹਿਬ, ਬਹੁਤ ਚੰਗਾ ਹੋਇਆ ਕਿ ਫੈਸਲਾ ਚਲੋ ਇਹ ਚੰਗੇ ਤਰੀਕੇ ਦੇ ਨਾਲ ਸਿਰੇ ਚੜ੍ਹਿਆ। ਨੌਜਵਾਨ ਦੁਬਾਰਾ ਇੱਕ ਵੱਡੇ ਜੋਸ਼ ਦੇ ਨਾਲ ਫਿਰ ਇੱਕ ਵਾਰ ਜੁੜਨਗੇ। ਉਹ ਨੌਜਵਾਨ ਜਿਵੇਂ ਤੁਸੀਂ ਦੱਸਿਆ ਕਿ ਆਜ਼ਾਦ ਨੌਜਵਾਨ ਨੇ। ਪਰ ਤੁਹਾਨੂੰ ਇੱਕ ਅੰਦਰਲੀ ਗੱਲ ਪੁੱਛਾਂ ਤਾਂ ਕੀ ਲੱਖੇ ਨੂੰ ਇੱਥੇ ਲਿਆਉਣ ਦੇ ਚੱਕਰ ਦੇ ਵਿੱਚ, ਜਿਵੇਂ ਬਹੁਤੀਆਂ ਜਥੇਬੰਦੀਆਂ ਤਾਂ ਹੱਕ 'ਚ ਵੀ ਸੀ, ਕੀ 32 ਕਿਸਾਨ ਜਥੇਬੰਦੀਆਂ ਤਾਂ ਨਹੀਂ ਕੋਈ ਰਸਾਲੀਆਂ, ਉਹ ਤਾਂ ਨਹੀਂ ਕਿਤੇ ਗੁੱਸੇ ਹੋ ਗਏ ਕਿ ਤੁਸੀਂ ਸਾਨੂੰ, ਅਸੀਂ ਤਾਂ ਕਹਿੰਦੇ ਸੀ ਕਿ ਜਿਵੇਂ ਪਹਿਲਾਂ ਵੀ ਰੇੜਕਾ ਚੱਲਦਾ ਆਉਂਦਾ ਰਿਹਾ ਕਿ ਨਹੀਂ ਜੀ ਅਸੀਂ ਨਹੀਂ ਚਾਹੁੰਦੇ ਕਿ ਲੱਖਾ ਆਵੇ ਜਾਂ ਲੱਖੇ ਦੀਆਂ ਬਹੁਤ ਸਾਰੀਆਂ ਊਣਤਾਈਆਂ ਮੋਰਚੇ ਦੇ ਸਾਹਮਣੇ ਵੀ ਰੱਖੀਆਂ ਜਾਂਦੀਆਂ ਰਹੀਆਂ, ਬੱਤੀਆਂ ਦੇ ਸਾਹਮਣੇ ਵੀ ਰੱਖੀਆਂ ਜਾਂਦੀਆਂ ਰਹੀਆਂ। ਕੀ ਲੱਖੇ ਨੂੰ ਮਨਾਉਣ ਦੇ, ਲੱਖੇ ਦੇ ਮਸਲੇ ਨੂੰ ਹੱਲ ਕਰਨ ਦੇ ਚੱਕਰ ਦੇ ਵਿੱਚ 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ ਤਾਂ ਨਹੀਂ ਕੋਈ ਗੁੱਸੇ ਹੋਇਆ? ਦੇਖੋ ਜੀ, ਜਿਹੜਾ ਤਾਂ ਹੁਣ ਇਹ ਪ੍ਰਪੋਜ਼ਲ ਹੈ ਇਹ ਸਹਿਮਤੀ ਨਾਲ ਹੀ ਹੈ। ਜਿਹੜੀ ਸੰਯੁਕਤ ਕਿਸਾਨ ਮੋਰਚੇ ਨੂੰ ਪ੍ਰਪੋਜ਼ਲ ਭੇਜੀ ਆ ਵੀ ਉਹਨੂੰ ਕਲਾਵੇ 'ਚ ਆਪਦੇ 'ਚ ਲਓ ਜਾਂ ਉਹਨੂੰ ਉਹਦਾ ਸਮਰਥਨ ਹੈ, ਉਹਦਾ ਸਹਿਯੋਗ ਪਹਿਲਾਂ ਦੀ ਤਰ੍ਹਾਂ ਲਓ ਇਹਦਾ, ਤੇ ਉਹਦੀ ਇਹ ਜਿਹੜੀ ਪ੍ਰਪੋਜ਼ਲ ਹੈ ਇਹ ਕੋਈ ਆਏ ਨਹੀਂ ਵੀ ਨਾਰਾਜ਼ਗੀ ਹੁੰਦੀ, ਇਹ ਸਹਿਮਤੀ ਨਾਲ ਹੀ ਹੈ। ਹਾਂ, ਜਿੱਥੋਂ ਤੱਕ ਰਹੇਗਾ ਵੀ ਰਾਇਆਂ ਦਾ ਵਖਰੇਵਾਂ, ਅਸੀਂ ਇੱਥੋਂ ਸਟੇਜ ਤੋਂ ਆਪਦਾ ਕੋਈ ਵੱਖਰੀ ਰਾਏ ਨਹੀਂ ਦੇਣੀ ਹੁੰਦੀ, ਪਰ ਮੀਟਿੰਗ ਦੇ ਵਿੱਚ ਤਾਂ ਹਰੇਕ ਜਥੇਬੰਦੀ ਦੀ ਡੈਮੋਕ੍ਰੇਸੀ ਹੈ, ਹਰੇਕ ਜਥੇਬੰਦੀ ਦਾ ਇਹ ਅਧਿਕਾਰ ਹੈ ਵੀ ਆਪਣੀ ਉਹ ਹਰੇਕ ਤਰ੍ਹਾਂ ਦੀ ਵੱਖਰੀ ਰਾਏ ਰੱਖ ਸਕਦਾ। ਕਿਸੇ ਦਾ ਹੋ ਵੀ ਸਕਦਾ ਵੱਖਰੀ ਰਾਏ ਵੀ ਭਾਈ ਨਹੀਂ ਲੈਣਾ ਚਾਹੀਦਾ, ਪਰ ਜਦੋਂ ਉਦੋਂ ਬਾਅਦ ਕਾਮਨ ਰਾਏ ਬਣ ਗਈ, ਜਿਹੜੀ ਜਨਰਲ ਰਾਏ ਬਣ ਗਈ, ਉਹ ਸਾਰਿਆਂ ਦੀ ਉਹੀ ਹੈ ਵੀ ਭਾਈ ਆਪਾਂ ਨੂੰ ਉਹਨੂੰ ਵਾਪਸ ਉਹਦਾ ਸਹਿਯੋਗ ਲੈਣਾ ਚਾਹੀਦਾ, ਉਹਨੂੰ ਕਲਾਵੇ 'ਚ ਲੈਣਾ ਚਾਹੀਦਾ, ਤੇ ਜੇ ਕਹਿਣਾ ਚਾਹੀਦਾ ਪੁਲਿਸ ਨੂੰ ਵੀ ਉਹ ਸਾਡਾ ਸਹਿਯੋਗੀ ਹੈ। ਅਸੀਂ ਜਿਹੜਾ ਉਹਦੇ ਤੇ ਕੇਸ ਹੈਗੇ ਆ, ਜਿਵੇਂ ਦੂਜੇ ਕੇਸ ਝੂਠੇ ਆ, ਉਹ ਵੀ ਝੂਠਾ ਹੈਗਾ, ਅਸੀਂ ਉਹਦੀ ਗ੍ਰਿਫਤਾਰੀ ਨਹੀਂ ਹੋਣ ਦੇਵਾਂਗੇ। ਜੇ ਇੱਥੇ ਆ ਕੇ ਸਾਡੇ ਧਰਨੇ 'ਚ ਉਹਨੂੰ ਗ੍ਰਿਫਤਾਰ ਕਰੂਗੀ, ਅਸੀਂ ਇਹਨੂੰ ਸਹਿਣ ਨਹੀਂ ਕਰਾਂਗੇ। ਬਿਲਕੁਲ, ਮੇਰਾ ਇਹੋ ਹੀ ਸਵਾਲ ਰਹਿਣ ਵਾਲਾ ਸੀ, ਕਿਉਂਕਿ ਬਹੁਤ ਸੰਗੀਨ ਧਾਰਾਵਾਂ ਇਹ ਲੱਖੇ ਤੇ ਇਥੋਂ ਤੱਕ ਕਿ ਇਨਾਮ ਰੱਖ ਛੱਡਿਆ ਦਿੱਲੀ ਪੁਲਿਸ ਨੇ ਕਿ ਗ੍ਰਿਫਤਾਰ ਕਰਵਾਓ ਤੇ 1 ਲੱਖ ਰੁਪਈਆ ਲੈ ਜਾਓ। ਇਹ ਮੋਰਚੇ ਦੀ ਇਹ ਕੀ ਸਹਿਮਤੀ ਬਣੀ ਆ, ਕਿਸ ਤਰ੍ਹਾਂ ਦੇ ਨਾਲ ਪ੍ਰੋਟੈਕਟ ਕਰੋਗੇ? ਕਿਉਂਕਿ ਜੇ ਲੱਖਾ ਇੱਥੇ ਸਟੇਜ ਤੇ ਆਉਂਦਾ ਤਾਂ ਉਹ ਅੰਦੋਲਨ 'ਚ ਰਹੇਗਾ ਔਰ ਪੁਲਿਸ ਕਿਤੇ ਨਾ ਕਿਤੇ ਕਾਰਵਾਈ ਕਰ ਵੀ ਸਕਦੀ ਹੈ ਭਵਿੱਖ ਦੇ ਵਿੱਚ, ਇਹ ਵੀ ਗੱਲ ਮੰਨ ਕੇ ਚੱਲਣੀ ਚਾਹੀਦੀ ਹੈ। ਕਿਸ ਤਰ੍ਹਾਂ ਦਾ ਫੈਸਲਾ ਹੋਇਆ? ਵੇਖੋ ਜੀ, ਜੇ ਸੰਯੁਕਤ ਮੋਰਚੇ ਨੇ ਇਹ ਬਿਆਨ ਦੇਤਾ, ਕੁਛ ਆਗੂਆਂ ਨੇ ਚੱਲ ਇੰਡੀਵਿਜੂਅਲੀ ਬਿਆਨ ਵੀ ਦਿੱਤਾ ਵੀ ਸਾਡਾ ਬੱਚਾ, ਸਾਡਾ ਨੌਜਵਾਨ ਹੈ, ਸਾਡੇ ਪਰਿਵਾਰ ਦਾ ਅੰਗ ਹੈ। ਪਹਿਲੀ ਗੱਲ ਤਾਂ ਕੋਈ ਗਲਤੀ ਏਡੀ ਵੱਡੀ ਹੋਈ ਨਹੀਂ। ਚੱਲ ਜੇ ਕੋਈ ਪਰਿਵਾਰ ਦੇ ਵਿੱਚ ਕਿਸੇ ਦੇ ਬੱਚੇ ਤੋਂ ਗਲਤੀ ਵੀ ਹੋ ਗਈ ਤਾਂ ਪਰਿਵਾਰ ਉਹਨੂੰ ਐਂ ਤਾਂ ਨਹੀਂ ਕਹਿ ਦੂਗਾ ਵੀ ਸਾਡਾ ਹੈ ਨਹੀਂ। ਜੇ ਸੰਯੁਕਤ ਮੋਰਚਾ ਕਹਦੇ ਆਹ ਹੁਣ ਕਹਿ ਦੇਊਗਾ, ਜੇ ਕਿ ਕਹਿੰਦੇ ਕਹੂਗਾ ਵੀ ਉਹ ਸਾਡਾ ਅੰਗ ਹੈ, ਸਾਡਾ ਸਹਿਯੋਗੀ ਹੈ, ਸਾਡਾ ਨੌਜਵਾਨ ਹੈ, ਸਾਡਾ ਨੌਜਵਾਨ ਆਗੂ ਹੈ, ਤੇ ਜੇ ਪੁਲਿਸ ਨੇ ਇੱਥੇ ਆ ਕੇ ਉਹਨੂੰ ਕਰਨ ਦੇ ਕੋਈ ਯਤਨ ਕੀਤਾ ਉਹਨੂੰ ਗ੍ਰਿਫਤਾਰ ਕਰਨ ਦਾ, ਤਾਂ ਇੱਥੇ ਟਕਰਾਅ ਵੀ ਹੋ ਸਕਦਾ। ਅਸੀਂ ਉਹਨੂੰ ਗ੍ਰਿਫਤਾਰ ਨਹੀਂ ਹੋਣ ਦੇਵਾਂਗੇ ਤੇ ਪੁਲਿਸ ਆਪਦੇ ਹੱਥ ਪਾਸੇ ਰੱਖੇ। ਮੈਨੂੰ ਨਹੀਂ ਲੱਗਦਾ ਵੀ ਪੁਲਿਸ ਇੱਥੇ ਇਕੱਠ ਜਾ ਕੇ ਉਹਨੂੰ ਗ੍ਰਿਫਤਾਰ ਕਰੂ। ਠੀਕ ਹੈ, ਕਿਤੇ ਰਸਤੇ 'ਚ ਚੱਲ ਜਿਵੇਂ ਕੋਈ ਕੱਲਾ ਕਹਿ ਰਿਹਾ ਜਾਂਦਾ ਵੀ ਸ਼ੱਕ ਲੱਗ ਗਿਆ, ਜਿੱਥੇ ਮੌਕਾ ਲੱਗ ਗਿਆ ਉੱਥੇ ਸਾਨੂੰ ਲੱਗਦਾ ਵੀ ਪੁਲਿਸ ਇੱਥੇ ਆ ਕੇ ਅੰਦਰ ਵੜ ਕੇ ਹਿੰਮਤ ਨਹੀਂ ਕਰੇ। ਜੇ ਐਲਾਨ ਇਹ ਹੋ ਗਿਆ ਸੰਯੁਕਤ ਮੋਰਚੇ ਦਾ ਵੀ ਸਾਡਾ ਹੈਗਾ, ਨਹੀਂ ਹਿੰਮਤ ਕਰੂਗੀ। ਫੂਲ ਸਾਹਿਬ, ਤੁਹਾਡਾ ਮੈਂ ਇੱਕ ਬਿਆਨ ਸੁਣ ਰਿਹਾ ਸੀ, ਤੁਸੀਂ ਜਿਹੜੀ 23 ਤਰੀਕ ਨੂੰ ਇੱਕ ਮਹਾਪੰਚਾਇਤ ਕਹਿ ਲਈਏ ਜਾਂ ਸ਼ਹੀਦਾਂ ਦੇ ਉਹਦੇ ਵਿੱਚ ਨਮਨ ਦੇ ਵਿੱਚ ਕੀਤੀ ਸੀਗੀ, ਉੱਥੇ ਇੱਕ ਤੁਹਾਡਾ ਬਿਆਨ ਸੁਣ ਰਿਹਾ ਸੀ ਮੈਂ ਜੀ, ਜਿਹਦੇ ਵਿੱਚ ਤੁਸੀਂ ਕਿਹਾ ਸੀ ਕਿ
ਸਰਕਾਰ ਨਹੀਂ ਚਾਹੁੰਦੀ ਸੀ ਕਿ ਕਿਸੇ ਤੇ ਅਸੀਂ ਪਰਚੇ ਦਰਜ ਕਰੀਏ। ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ 27 ਤਰੀਕ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਸਾਡਾ ਲਾਲ ਕਿਲ੍ਹੇ ਨਾਲ ਕੋਈ ਸਬੰਧ ਨਹੀਂ, ਜਿਹੜੇ ਉੱਧਰ ਨੌਜਵਾਨ ਗਏ ਸੀਗੇ ਉਹਨਾਂ ਨਾਲ ਸਾਡਾ ਕੋਈ ਸਬੰਧ ਨਹੀਂ, ਤੇ FIR ਉਸ ਤੋਂ ਬਾਅਦ ਹੋਣੀਆਂ ਸ਼ੁਰੂ ਹੋਈਆਂ। ਦੇਖੋ ਜੀ, ਇਹ ਸਾਡਾ ਸਾਨੂੰ ਕੋਈ ਜਿਹੜੀ ਇਹਦਾ ਸਾਡਾ ਸੁੰਮ ਆ ਜਾਣਕਾਰੀ ਦਾ। ਜਿਹੜੇ ਵਕੀਲ ਹੈ ਸਾਡੇ ਕੇਸ ਲੜ ਰਹੇ, ਸਾਡੇ ਪੈਨਲ ਜਥੇਬੰਦੀਆਂ ਦਾ ਸੰਯੁਕਤ ਮੋਰਚੇ ਦਾ ਵੀ ਵਕੀਲਾਂ ਦਾ ਪੈਨਲ ਹੈਗਾ। ਇਦੋਂ ਬਿਨਾਂ ਵੀ ਚੰਡੀਗੜ੍ਹ ਦੇ ਜਿਨ੍ਹਾਂ ਦੇ ਵਿੱਚ ਰਾਜਵਿੰਦਰ ਬੈਂਸ ਹੈ, ਨਵਕਿਰਨ ਜੀ ਹੈਗੇ ਨੇ, ਉਹਨਾਂ ਦਾ ਘੱਟੋ ਘੱਟ 100 ਵਕੀਲ ਹੈ ਜਿਹੜੇ ਕਿ ਅੱਡ ਅੱਡ ਅਦਾਲਤਾਂ 'ਚ, ਇੱਥੇ ਦਿੱਲੀ ਦੀਆਂ ਕਈ ਅਦਾਲਤਾਂ ਨੇ ਜਿੱਥੇ ਕੇਸ ਚੱਲ ਰਹੇ ਆ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਜ਼ਮਾਨਤਾਂ ਕਰਵਾਈਆਂ ਵੀ ਹੈ, ਜ਼ਮਾਨਤਾਂ ਤੇ ਉਹਨਾਂ ਨੂੰ ਬਾਹਰ ਵੀ ਲਿਆਂਦਾ, ਤੇ ਉਹਨਾਂ ਦਾ ਪੁਲਿਸ ਅਧਿਕਾਰੀਆਂ ਨਾਲ ਉਹਨਾਂ ਦੀ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਵਕੀਲਾਂ ਦੀ। ਸਾਡੇ ਉਹਨਾਂ ਵਕੀਲਾਂ 'ਚੋਂ ਇੱਕ ਸੀਨੀਅਰ ਵਕੀਲ ਹੈਗੇ ਨੇ ਸਾਡੇ ਉੱਧਰ ਬਠਿੰਡੇ ਏਰੀਏ ਦੇ, ਅਜੀਤਪਾਲ ਮੰਡੇਰ ਨੇ ਸਾਨੂੰ ਦੱਸਿਆ ਬਈ ਜਿਹੜਾ ਦਿੱਲੀ ਦਾ ਪੁਲਿਸ ਕਮਿਸ਼ਨਰ ਹੈ, ਮੁੱਖ ਪੁਲਿਸ ਅਧਿਕਾਰੀ ਹੈ, ਉਹਦਾ ਕਹਿਣ ਦਾ ਹੈਗਾ ਬਈ ਸਾਡਾ ਕੋਈ ਪਹਿਲਾਂ ਸ਼ੁਰੂ ਦੇ ਵਿੱਚ ਕੋਈ ਸਾਡਾ ਕਿਸੇ ਤੇ ਪਰਚਾ ਦੇਣ ਦਾ ਜਾਂ ਇਰਾਦਾ ਹੈ ਸਾਡਾ ਸਰਕਾਰ ਦੀ ਹੈ ਹੀ ਨਹੀਂ ਸੀ। ਅਸੀਂ ਬਾਅਦ 'ਚ ਸਾਡੀ ਇਹ ਬਣੀ ਹੈ, ਤੇ ਜਿਹੜੀਆਂ FIR ਹੋਈਆਂ ਵੀ ਹੈ ਉਹ ਵੱਧ ਸਮਝ ਲਓ ਵੀ 27 'ਚ 28 'ਚ 29 'ਚ ਹੋ ਗਏ ਨੇ। ਹੋ ਸਕਦਾ ਇੱਕਾ ਦੁੱਕਾ 26 'ਚ ਵੀ ਹੋਵੇ, ਪਰ ਵੱਡੀ ਗਿਣਤੀ FIR 26 ਤੋਂ ਬਾਅਦ 'ਚ ਹੋ ਗਈਆਂ ਨੇ। ਮਤਲਬ ਉਹਨਾਂ ਦਾ ਐਂ ਕਹਿਣ ਦਾ ਭਾਵ, ਉਹਨਾਂ ਦਾ ਜਿਹੜਾ ਵਿਚਾਰ ਬਣਿਆ SP ਜਿਹੜਾ ਪੁਲਿਸ ਕਮਿਸ਼ਨਰ ਇਹ ਸੀ ਵੀ ਸਰਕਾਰ ਦਾ ਵਿਚਾਰ ਮਗਰੋਂ ਬਣਿਆ। ਸੰਯੁਕਤ ਕਿਸਾਨ ਮੋਰਚੇ ਦੇ ਜਦੋਂ ਇੱਥੋਂ ਐਲਾਨ ਹੋ ਜਾਂਦੇ ਆ, ਵੱਖ-ਵੱਖ ਤਰ੍ਹਾਂ ਦੇ ਬਿਆਨ ਆਉਂਦੇ ਨੇ ਕਿ ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ, ਜਾਣੀ ਸਰਕਾਰ ਨੂੰ ਇੱਕ ਮੌਕਾ ਇਸ ਸਟੇਜ ਤੋਂ ਮਿਲਿਆ। ਇਹ ਨਹੀਂ ਪਤਾ ਜੀ ਇਹ ਇੱਥੋਂ ਸਟੇਜ ਤੋਂ ਮਿਲ ਗਿਆ ਜਾਂ ਕਿਸੇ ਹੋਰ ਕਿਸੇ ਉਹਨਾਂ ਨੇ ਗਿਣਤੀ ਮਿਣਤੀ ਜੋ ਕੀਤਾ, ਪਹਿਲਾਂ 26 ਨੂੰ ਗਿਣਤੀ ਮਿਣਤੀ ਨਾ ਹੋਵੇ, ਬਾਅਦ 'ਚ ਬਣ ਗਿਆ ਹੋਵੇ। ਪਰ ਇਹ ਗੱਲ ਹੈਗੀ ਆ ਵੀ ਉਹਨਾਂ ਦਾ ਜਿਹੜਾ ਉਹਨਾਂ ਦਾ ਵਿਚਾਰ ਬਣਿਆ ਸਰਕਾਰ ਦਾ ਵੀ ਇਹਨਾਂ ਨੂੰ ਹੈ, ਹਾਂ ਉਹ ਬਾਅਦ 'ਚ ਬਣਿਆ। ਤੇ ਉਦੋਂ ਬਾਅਦ ਤਾਂ ਉਹਨਾਂ ਨੇ ਫਿਰ ਜਿਹੜੇ ਕੋਈ ਉੱਧਰ ਕੋਈ ਬੰਦਾ ਐ ਲੱਗਿਆ ਵੀ ਦਿੱਲੀ 'ਚ ਫਿਰਦਾ ਕੋਈ, ਇਹਨੂੰ ਲੱਗਿਆ ਵੀ ਪੰਜਾਬੀ ਹੈਗਾ ਤੇ ਹੈ ਪਿੰਡਾਂ ਵਾਲਾ, ਵੀ ਉਹ ਵੀ ਫੜ ਕੇ ਪਾਤੇ ਉਹਨਾਂ ਨੇ। ਜਾਂ ਕਿਸੇ ਦਾ ਕੋਈ ਸਬਜ਼ੀ ਲੈਣ ਗਿਆ ਉਹ ਪਤਾ, ਜਾਂ ਕਿਸੇ ਨੇ ਕੋਈ ਰਸਤਾ ਪੁੱਛਿਆ ਇਹ ਪਤਾ ਲੱਗ ਗਿਆ ਵੀ ਇੱਥੋਂ ਲੋਕਲ ਹੈ ਨਹੀਂ, ਉਹ ਫੜ ਕੇ ਪਾਤਾ। ਮਤਲਬ ਉਸ ਤੋਂ ਬਾਅਦ ਫਿਰ ਬਣ ਗਿਆ ਵੀ ਫਿਰ ਹੁਣ ਪਾਓ ਵੱਧ ਤੋਂ ਵੱਧ 27 26 ਤੋਂ ਬਾਅਦ। ਇਹ ਪੁਲਿਸ ਕਮਿਸ਼ਨਰ ਦੀ ਵੀ ਬਿਆਨੀ ਹੈ, ਤੇ ਪੁਲਿਸ ਕਮਿਸ਼ਨਰ ਦੀ ਅਗਲੀ ਬਿਆਨੀ ਵੀ ਹੈ ਵੀ ਜਿਹੜੇ ਇਹ ਪਰਚੇ ਸਾਡੇ ਪਾਏ ਹੈ ਇਹ ਰੱਦੇ ਹੋਣੇ ਆ ਇੱਕ ਦਿਨ। ਅਸੀਂ ਇਹਦੇ ਤੇ ਅਸੀਂ ਕੋਈ ਕਾਰਵਾਈ ਨਹੀਂ ਕਰ ਰਹੇ, ਹੈ ਵੀ ਹੈਗੀ ਆ ਹੁਣ ਸਾਡੇ ਤੇ ਵੀ ਉਹੀ ਪਰਚੇ ਹੈਗੇ ਨੇ, 307 ਹੈ, ਸਾਰਾ ਕੁਝ ਹੋਵੇ। ਜਿਹੜੇ ਦੂਜੇ ਆਗੂਆਂ ਦੇ ਪਰਚੇ ਉਹੀ ਸਾਡੇ ਕਿਸਾਨ ਆਗੂਆਂ ਤੇ, ਮੇਰੇ ਤੇ ਵੀ ਹੈਗੇ ਪਰਚੇ, ਪਰ ਉਹ ਸਾਡਾ ਕੋਈ ਟਰੇਸ ਨਹੀਂ ਕਰ ਰਹੇ ਸਾਨੂੰ ਕੋਈ। ਜੇ ਉਹਨਾਂ ਨੇ ਫੜਨਾ ਹੋਵੇ, ਅਸੀਂ ਤਾਂ ਹੁਣ ਕੱਲੇ ਫਿਰਦੇ ਆ, ਦਿੱਲੀ 'ਚ ਵੀ ਕੱਲੇ ਤੁਰੇ ਫਿਰਦੇ ਆ। ਇਹਦਾ ਭਾਵ ਸਾਫ਼ ਹੈ ਵੀ ਹਜੇ ਉਹਨਾਂ ਦਾ ਇਹਨਾਂ ਕੇਸ ਪਰਚੇ ਦਰਜ ਕਰਤੇ, ਪਰ ਪਰਚਿਆਂ ਤੇ ਗਾਹਾਂ ਕੋਈ ਕਾਰਵਾਈ ਕਰਨ ਦੀ ਸਕੀਮ ਹੈ ਨਹੀਂ। ਤੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਇਹ ਪਰਚੇ ਰੱਦੀ ਹੋਣਗੇ, ਪਰ ਹੋਣਗੇ ਉੱਤੇ ਜਿੱਦੇ ਇਹ ਸਮਝੌਤਾ ਹੋਊ, ਉਹਨਾਂ ਚਿਰ ਠੰਡੇ ਬਸਤੇ 'ਚ ਪਏ ਰਹਿਣਗੇ। ਫੂਲ ਸਾਹਿਬ, ਇੱਕ ਹੋਰ ਵੀ ਨਾਲ ਹੀ ਮਸਲਾ, ਅੱਜ ਬਾਪੂ ਹਰਦੀਪ ਸਿੰਘ ਡਿਬਡਿਬਾਜੀ ਇੱਕ ਵੱਡਾ ਮਾਰਚ ਕੱਢ ਰਹੇ ਆ, ਮੋਗੇ ਤੋਂ ਲੈ ਕੇ ਸਿੰਘੂ ਤੱਕ ਪਹੁੰਚਣਾ ਹੈ। ਉਹਨਾਂ ਦੇ ਇਸ ਜੋ ਚੱਲ ਰਿਹਾ ਹੈ, ਕਿਉਂਕਿ ਅਸੀਂ ਨਹੀਂ ਦੇਖਿਆ ਕਿ ਕਿਸੇ ਕਿਸਾਨ ਵੱਡੀ ਕਿਸਾਨ ਮਹਾਪੰਚਾਇਤ ਹੋਵੇ ਜਾਂ ਕਿਤੇ ਉੱਥੇ ਡਿਬਡਿਬਾ ਸਾਹਿਬ ਗਏ ਹੋਣ, ਕਿਉਂਕਿ ਨੌਜਵਾਨਾਂ ਵੱਲੋਂ ਆਰਗੇਨਾਈਜ਼ ਕੀਤਾ ਜਾਂਦਾ ਤਾਂ ਉੱਥੇ ਡਿਬਡਿਬਾ ਸਾਹਿਬ ਨੂੰ ਬੁਲਾਇਆ ਜਾਂਦਾ। ਉਹਨਾਂ ਦੇ ਇਸ ਜੋ ਉਪਰਾਲੇ ਕੀਤੇ ਜਾਂਦੇ ਨੇ ਜਾਂ ਉਹਨਾਂ ਦੇ ਇਸ ਸਹਿਯੋਗ ਨੂੰ ਕਿਵੇਂ ਦੇਖਦੇ ਹੋ? 32 ਕਿਸਾਨ ਜਥੇਬੰਦੀਆਂ ਕਿਵੇਂ ਦੇਖਦੀਆਂ ਔਰ ਮੋਰਚਾ ਕੀ ਸੋਚਦਾ? ਦੇਖੋ ਜੀ, ਜਿਹੜਾ ਉਹਨਾਂ ਦਾ ਸਹਿਯੋਗ ਹੈਗਾ, ਜਿੱਡੀ ਉਹਨਾਂ ਦੀ ਉਮਰ ਹੈ, ਜਿੱਡਾ ਉਹਨਾਂ ਨੇ ਜਿਗਰਾ ਦਿਖਾਇਆ। ਹੁਣ ਉਹਨਾਂ ਨੇ ਚਿੱਠੀ ਵੀ ਪਿਛਲੇ ਦਿਨ ਇੱਕ ਜਾਰੀ ਕੀਤੀ ਹੈ ਨੌਜਵਾਨ ਲੜਕੀਆਂ ਤੇ ਲੜਕਿਆਂ ਦੇ ਨਾਂ ਤੇ। ਬਹੁਤ ਉਹ ਜਿਹੜੀ ਚਿੱਠੀ ਹੈ ਉਹ ਟੁੰਬਵੀਂ ਚਿੱਠੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਵੀ 26 ਜਨਵਰੀ ਤੋਂ ਪਹਿਲਾਂ ਨਵਰੀਤ ਸਾਡੀ ਇਮਾਨਤ ਸੀ, ਸਾਡੇ ਪਰਿਵਾਰ ਦੀ ਇਮਾਨਤ ਸੀਗੀ, ਪਰ 26 ਜਨਵਰੀ ਤੋਂ ਬਾਅਦ ਉਹ ਸਾਡੀ ਨਹੀਂ ਰਿਹਾ। ਉਹ ਕਰੋੜਾਂ ਪਰਿਵਾਰਾਂ ਦਾ, ਕਰੋੜਾਂ ਲੋਕਾਂ ਦਾ ਉਹ ਨਵਰੀਤ ਬਣ ਗਿਆ। ਤੇ ਜੇ ਨਵਰੀਤ ਕਰੋੜਾਂ ਦਾ ਬਣ ਗਿਆ, ਉਹ ਕਹਿੰਦਾ ਸਾਡਾ ਕੱਲਿਆਂ ਦਾ ਨਾ ਰਿਹਾ, ਤਾਂ ਮੈਂ ਨਵਰੀਤ ਦੇ ਦਾਦੇ ਤੌਰ ਤੇ ਮੈਂ ਵੀ ਕਰੋੜਾਂ ਨੌਜਵਾਨਾਂ ਦਾ ਦਾਦਾ ਬਣ ਗਿਆ। ਇਹ ਉਹਨਾਂ ਦੀ ਸਟੇਟਮੈਂਟ ਹੈ। ਤੇ ਉਹਨਾਂ ਦਾ ਹੁਣ ਹੈਗਾ ਵੀ ਫਿਰ ਉਹ ਜਿਹੜੀ ਉਹ ਜ਼ੋਰ ਲਾ ਰਹੇ ਆ, ਕੰਪੇਅਰ ਕਰ ਰਹੇ ਨੇ ਵੀ ਮੇਰੀ ਨੌਜਵਾਨ ਪੋਤੇ ਦੀ ਸ਼ਹੀਦੀ ਦਾ ਸਹੀ ਮੁੱਲ ਤਾਂ ਹੀ ਪਊ ਜੇ ਇਹ ਮੋਰਚਾ ਜਿੱਤਿਆ ਜਾਂਦਾ। ਫਿਰ ਅਸੀਂ ਕਹਾਂਗੇ ਵੀ ਸਾਡੇ ਪੋਤੇ ਦੀ ਜਿਹੜੀ ਕੁਰਬਾਨੀ ਆ ਨੌਜਵਾਨ ਸਾਡੇ ਫਰਜ਼ੰਦ ਦੀ, ਉਹ ਜਾਈ ਨਹੀਂ ਗਈ। ਇਸ ਕਰਕੇ ਉਹਨੂੰ ਫਿਕਰ ਹੈਗਾ ਵੀ ਕੋਈ ਇਹੋ ਜਿਹੀ ਕੋਈ ਗੱਲ ਨਾ ਹੋ ਜਾਵੇ ਵੀ ਜਿਹੜੇ ਨਾਲ ਇਹ ਮੋਰਚਾ ਕਮਜ਼ੋਰ ਹੋ ਕੇ ਕਿਤੇ ਮੋਰਚਾ ਫੇਲ ਨਾ ਹੋ ਜਾਵੇ। ਉਹਦੀ ਇਹ ਸਾਰੀ ਭੱਜ ਨੱਠ ਇਸ ਚਿੰਤਾ ਦਾ ਹੈਗਾ ਵੀ ਮੋਰਚਾ ਜਿੱਤਿਆ ਜਾਵੇ।
ਇਸ ਕਰਕੇ ਉਹ ਸਭ ਥਾਂ ਜਿੱਥੇ ਵੀ ਉਮਰ ਦੇ ਲਿਹਾਜ਼ ਨਾਲ ਵੀ 80 ਤੋਂ ਉੱਪਰ ਸਾਲ ਦੇ ਉਮਰ ਦੇ ਹੋਣਗੇ, ਉਹ ਜਿਹਨੇ ਉਹਨਾਂ ਦੇ ਭੱਜ ਨੱਠ ਹੈਗੀ, ਉਹਨਾਂ ਦੀ ਫਿਕਰਮੰਦੀ ਹੈਗੀ, ਅਸੀਂ ਤਾਂ ਉਹਨਾਂ ਦੇ ਬਹੁਤ ਰਿਣੀ ਹੈ। ਤੇ ਜਿਹੜਾ ਉਹਨਾਂ ਦਾ ਇਹ ਯੋਗਦਾਨ ਹੈ ਜਾਂ ਜਿਹੇ ਜਿਹਾ ਉਹਨਾਂ ਦਾ 1 ਕਰੋੜਾਂ ਨੌਜਵਾਨਾਂ ਦਾ ਉਹ ਦਾਦਾ ਬਣ ਗਿਆ, ਤਾਂ ਇਹ ਉਹਨਾਂ ਦਾ ਜਿਹੜਾ ਦਾਦਾਪਣ ਹੈ ਸਾਡੇ ਮੋਰਚੇ ਲਈ ਬਹੁਤ ਸਹਾਈ ਹੋਊ। ਤੇ ਸਾਡੇ ਲਈ ਤਾਂ ਉਹ ਸਮਝ ਲਓ ਵੀ ਇਸ ਦਾ ਰਿਣੀ ਆ ਉਹਦੇ। ਕੱਲ੍ਹ ਵੀ ਵੇਖੋ ਉਹਨਾਂ ਨੇ ਉੱਥੇ 24 ਤਰੀਕ ਨੂੰ ਅਕਾਲ ਤਖਤ ਤੇ ਇਹਨਾਂ ਨੇ ਜਿਹੜੇ ਮੋਰਚੇ ਦੇ ਸ਼ਹੀਦ ਆ 300 ਤੇ ਵਿੱਚੇ ਨਵਰੀਤ ਦਾ, ਉਹਨਾਂ ਨੇ ਸਾਂਝਾ ਉੱਥੇ ਅਖੰਡ ਪਾਠ ਰੱਖ ਕੇ ਉਹਨਾਂ ਦਾ ਉੱਥੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ, ਅਖੰਡ ਪਾਠ ਦਾ ਭੋਗ ਪਾਇਆ। ਮੈਨੂੰ ਉਹਨਾਂ ਨੇ ਸਪੈਸ਼ਲ ਤੌਰ ਤੇ ਨਵਰੀਤ ਜੀ ਉਹਦੇ ਦਾਦਾ ਜੀ ਨੇ ਨਹੀਂ, ਸ਼੍ਰੋਮਣੀ ਕਮੇਟੀ ਵਾਲਿਆਂ ਨੇ ਜਿਨ੍ਹਾਂ ਨੇ ਇਹ ਸਮਾਗਮ ਕੀਤਾ ਸੀ, ਮੈਨੂੰ ਵੀ ਸੱਦਾ ਸੀਗਾ ਵੀ ਨਵਰੀਤ ਦੇ ਦਾਦਾ ਜੀ ਤਾਂ ਉਹਦੇ 'ਤੇ ਫਿਰ ਰਹੇ ਹੈ, ਪਰ ਉਹਦੇ ਡੈਡੀ ਉਹਦੇ ਮਾਤਾ ਜੀ ਉਹ ਪੰਜਾਬ 'ਚ ਪਹਿਲੀ ਵਾਰ ਆਏ ਸੀਗੇ, ਵੀ ਉਹਨਾਂ ਦਾ ਸਨਮਾਨ ਹੈ ਜਿਹੜਾ ਸਰੂਪਾ ਵਗੈਰਾ ਦਿਵਾਉਣਾ, ਸੋਥੋਂ ਦਿਵਾਉਣਾ। ਮੈਂ ਉਹ ਕੱਲ੍ਹ ਅੰਮ੍ਰਿਤਸਰ ਅਕਾਲ ਤਖਤ 'ਤੇ ਗਿਆ ਵੀ ਹੈ ਤੇ ਉਹਨਾਂ ਨੂੰ ਨਵਰੀਤ ਦੇ ਡੈਡੀ ਨੂੰ ਤੇ ਨਵਰੀਤ ਦੇ ਜਿਹੜੇ ਚਾਚਾ ਜੀ ਸੀ ਨਾਲ, ਉਹਨਾਂ ਨੂੰ ਦੋਹਾਂ ਨੂੰ ਸਰੂਪਾ ਦੇ ਕੇ ਸਨਮਾਨ ਤੋਂ ਉਹਨਾਂ ਨੇ ਮੇਥੋਂ ਕਰਵਾਇਆ ਤੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਉਹਦਾ ਜੀ। ਤੇ ਆਖਰੀ ਸਵਾਲ ਹੈ ਸਰ, ਲੋਕ ਬੜੇ ਟਾਈਮ ਤੋਂ ਦੇਖ ਰਹੇ ਆ ਕਿ ਬੇਸ਼ੱਕ ਕੱਲ ਨੂੰ 26 ਦਾ ਬੰਦ ਦਾ ਜਿਹੜਾ ਸੱਦਾ ਹੈ ਇੱਕ ਦੇਸ਼ ਭਰ ਦੇ ਵਿੱਚ ਹੈ, ਇੱਕ ਵੱਡੀ ਪਹਿਲਾਂ ਹੀ ਕਾਲ ਦਿੱਤੀਆਂ ਗਈਆਂ, ਇਸ ਤੋਂ ਅੱਗੇ ਮੋਰਚਾ ਕੀ ਸੋਚ ਰਿਹਾ ਕਿਸ ਤਰ੍ਹਾਂ ਦੇ ਨਾਲ, ਕਿਉਂਕਿ ਲੋਕ ਹਾਲੇ ਵੀ ਚਾਹੁੰਦੇ ਨੇ ਕੁਝ ਕਰੜਾ ਪ੍ਰੋਗਰਾਮ ਦਿੱਤਾ ਜਾਵੇ ਜਿਹੜਾ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਸਕੇ, ਉਹਨਾਂ ਤੇ ਪ੍ਰੈਸ਼ਰ ਬਿਲਡ ਕਰ ਸਕੇ। ਕੋਈ ਮੋਰਚਾ ਬਣਾ ਰਿਹਾ ਪਲੈਨਿੰਗ ਇਸ ਤਰ੍ਹਾਂ ਹੀ ਕੋਈ ਵੱਡਾ ਕੋਈ ਹੋਰ ਸਖਤ ਪ੍ਰੋਗਰਾਮ ਦੇਣ? ਦੇਖੋ ਜੀ, ਜਿਹੜਾ ਕੱਲ੍ਹ ਵਾਲਾ ਭਾਰਤ ਬੰਦ ਦਾ ਸੱਦਾ ਹੈਗਾ, ਇਹ ਸਾਡੀ ਜਿਹੜੀ ਹੁਣ ਤੱਕ ਦੀ ਮਿਹਨਤ ਹੈ ਸੂਬਿਆਂ ਦੇ ਵਿੱਚ, ਆਹ ਲੋਕਾਂ ਨੂੰ ਹੇਠਾਂ ਤੱਕ ਤੇ ਗਰਾਊਂਡ ਲੈਵਲ ਤੇ ਜਾ ਕੇ ਇੱਥੋਂ ਦੀਆਂ ਦਿੱਲੀ ਵਾਲੇ ਇਕੱਠ ਦੀਆਂ ਰੌਣਕਾਂ ਵਧਣ, ਕਾਨਫਰੰਸਾਂ ਕੀਤੀਆਂ, ਮਹਾਂ ਕਾਨਫਰੰਸਾਂ, ਕਿਸਾਨ ਪੰਚਾਇਤਾਂ, ਇਹ ਸਾਡੀ 1.5 ਮਹੀਨੇ ਤੋਂ ਚੱਲ ਰਹੀਆਂ ਨੇ। ਇਹ 1.5 ਮਹੀਨੇ ਦੀ ਸਾਡੀ ਜਿਹੜੀ ਕੰਪੇਨ ਹੈ, ਇੱਥੋਂ ਤੱਕ ਕਰਕੇ ਦੂਜੇ ਸੂਬਿਆਂ ਦੇ ਵਿੱਚ ਜਿੱਥੇ ਚੋਣਾਂ ਹੋ ਰਹੀਆਂ ਉੱਥੇ ਵੀ ਟੀਮਾਂ ਗਈਆਂ ਨੇ, ਇਕੱਠ ਹੋਏ ਨੇ ਉੱਥੇ ਵੀ। ਇਹ ਜਿਹੜੀ ਹੁਣ ਤੱਕ ਦੀ ਸਾਡੀ ਕੰਪੇਨ ਹੈ, ਉਹਦੇ ਵਿੱਚੋਂ ਜਿਵੇਂ ਆਪਾਂ ਕਹਿੰਦੇ ਹੁੰਦੇ ਨੇ ਵੀ ਕਿਸੇ ਫਸਲ ਦਾ, ਕਣਕ ਦਾ ਝਾੜ ਕਿੰਨਾ ਕੁ ਹੋਊਗਾ, ਉਹ ਝਾੜ ਦਾ ਸਾਨੂੰ ਕੱਲ੍ਹ ਨੂੰ ਪਤਾ ਲੱਗੂਗਾ। ਜੇ ਤਾਂ ਝਾੜ ਹੋ ਗਿਆ ਫੁੱਲ, ਫਿਰ ਜੇ ਕੀ ਹੋਊਗਾ ਹੋਊਗਾ ਹੀ। ਫਿਰ ਸਾਡੀ ਇੱਕ ਮੋਰਲੀ ਨੈਤਿਕ ਡਿਊਟੀ ਬਣ ਜੂ ਸਾਡੀ, ਵੀ ਲੋਕਾਂ ਨੇ ਸਾਨੂੰ ਹੰਗਾਰਾ, ਅਸੀਂ ਸੱਦਾ ਦਿੱਤਾ ਵੀ ਭਾਈ ਬੰਦ ਕਰੋ, ਲੋਕਾਂ ਨੇ ਬੰਦ ਕਰਕਾ ਸੜਕਾਂ ਤੇ ਆ ਕੇ ਲੱਖਾਂ ਲੋਕਾਂ ਨੇ ਆਏ ਆ ਸੜਕਾਂ ਤੇ। ਸਾਨੂੰ ਮੋਰਲੀ ਡਿਊਟੀ ਹੋਊ, ਸਾਡੇ ਮੋਰਲੀ ਫਰਜ਼ ਹੋਊਗਾ ਵੀ ਅਗਲਾ ਐਕਸ਼ਨ ਪ੍ਰੋਗਰਾਮ ਦੇ ਕੇ। ਸੋ ਐਂ ਸਮਝ ਲਓ ਵੀ ਸਾਡੇ ਉਹ ਪਾਰ ਹੈ ਜਿਹੜੇ ਕੱਲ੍ਹ ਨੂੰ ਤਾਕਤ ਦੇ ਸਾਡੇ ਵੀ ਤੋਲੇ, ਪ੍ਰੈਸ਼ਰ ਵੀ ਪਊਗਾ ਤੇ ਸਾਡੇ ਆਪ ਦੇ ਪਰ ਵੀ ਤੋਲੇ ਜਾਣਗੇ ਵੀ ਸਾਡੀ ਤਾਕਤ ਕਿੰਨੀ ਕੁ, ਤੇ ਫਿਰ ਜਿੰਨੀ ਕੁ ਤਾਕਤ ਹੋਈ ਓਡੀ ਕਡਾਰੀ ਮਾਰਾਂਗੇ, ਇਹ ਅਗਲਾ ਐਕਸ਼ਨ ਦੇਵਾਂਗੇ ਜੀ। ਹਾਂਜੀ, ਬਹੁਤ ਧੰਨਵਾਦ। ਤਾਂ ਇਹ ਸਨ ਸੁਰਜੀਤ ਸਿੰਘ ਫੂਲ, ਜਿਨ੍ਹਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਲੱਖੇ ਸਿਧਾਣੇ ਦੀ ਸ਼ਮੂਲੀਅਤ ਦੀ ਜ਼ਰੂਰਤ ਸੀ ਔਰ 32 ਕਿਸਾਨ ਜਥੇਬੰਦੀਆਂ ਨੇ ਸਰਬਸੰਮਤੀ ਦੇ ਨਾਲ ਫੈਸਲਾ ਲਿਆ। ਬੇਸ਼ੱਕ ਇਸ ਤੋਂ ਪਹਿਲਾਂ ਕੁਝ ਜਥੇਬੰਦੀਆਂ ਜਿਵੇਂ ਚਾਹੁੰਦੀਆਂ ਸੀ, ਕੁਝ ਇਸ ਤਰ੍ਹਾਂ ਦੇ ਪੁਆਇੰਟ ਰੱਖੇ ਜਾਂਦੇ ਸੀ ਕਿ ਲੱਖੇ ਨੂੰ ਨਹੀਂ ਬੁਲਾਉਣਾ ਚਾਹੀਦਾ ਜਾਂ ਇਸ ਤਰ੍ਹਾਂ ਦੀਆਂ ਕਈ ਚਰਚਾਵਾਂ ਹੀ, ਕਿਉਂਕਿ ਚਰਚਾ ਇਸੇ ਕਰਕੇ ਹੀ ਲੰਬੀ ਹੋਈ ਹੈ। ਪਰ ਫਿਰ ਵੀ ਬਿਲਕੁਲ ਆਖਰ ਤੇ ਆ ਕੇ ਸਰਬਸੰਮਤੀ ਦੇ ਨਾਲ ਫੈਸਲਾ ਹੁੰਦਾ ਹੈ ਕਿ ਲੱਖਾ ਸਿਧਾਣਾ ਹੁਣ ਇਸ ਅੰਦੋਲਨ ਦਾ ਹਿੱਸਾ ਰਹਿਣਗੇ ਔਰ ਆਪਣੇ ਸਮਰਥਕਾਂ ਦੇ ਨਾਲ ਇੱਥੇ ਆ ਕੇ ਸ਼ਾਮਲ ਵੀ ਹੋਣਗੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਆਪਣੇ ਪੱਧਰ ਤੇ ਇਹ ਵੀ ਐਲਾਨ ਕਰੇਗਾ ਕਿ ਜੇਕਰ ਪੁਲਿਸ ਲੱਖੇ ਨੂੰ ਇੱਥੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਉਸ ਦਾ ਬਣਦਾ ਵਿਰੋਧ ਵੀ ਜ਼ਰੂਰ ਕਰਨਗੇ। ਕੈਮਰਾ ਪਰਸਨ ਗੁਰਸਿਮਰਨ ਸਿੰਘ ਦੇ ਨਾਲ ਮੈਂ ਰਵੀ ਸੰਗਰਾਹੁਰ, ਵਿਜ਼ਨ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।